ਹੈਲੋ ਡੀਅਰ ਸਟੂਡੈਂਟਸ, ਐਮ ਅਵਤਾਰ ਸਿੰਘ ਅੱਜ ਆਪਾਂ ਆਪਣੇ 5th ਚੈਪਟਰ ਜਾਨੀ ਕਿ ਕੰਪਲੈਕਸ ਨੰਬਰ ਨੂੰ NCERT ਦੇ ਵਿੱਚੋਂ ਟਰਾਈ ਕਰਾਂਗੇ। ਬਿਕੋਜ਼ ਆਪਣੇ ਸਾਰੀਆਂ ਟਾਈਪਸ ਦੇ ਕੁਐਸਚਨ ਹੋ ਚੁੱਕੇ ਆ। ਹੁਣ ਆਪਾਂ NCERT ਦੇ ਵਿੱਚੋਂ ਟਰਾਈ ਕਰਦੇ ਹਾਂ ਵੀ ਜੋ ਵੀ ਕਿਸੇ ਟਾਈਪ ਦਾ ਹੋਰ ਕੁਐਸਚਨ ਰਹਿੰਦਾ ਹੋਇਆ ਵੀ ਉਹ ਆਪਣਾ ਕਵਰ ਹੋ ਜੇ। ਠੀਕ ਹੈ, ਤਾਂ ਬਿਲਕੁਲ ਸਟਾਰਟਿੰਗ ਤੋਂ ਕਰਦੇ ਹਾਂ 5.1 ਐਕਸਰਸਾਈਜ਼ NCERT ਦੀ। ਆਪਾਂ ਨੂੰ ਫਸਟ ਕੁਐਸਚਨ ਹੈ ਇਹਨਾਂ ਦਾ, ਐਕਸਪ੍ਰੈਸ ਈਚ ਕੰਪਲੈਕਸ ਨੰਬਰ ਇਨ ਫਾਰਮ ਆਫ A + ਆਈਟਾ B। ਆਪਾਂ ਪਹਿਲਾਂ ਵੀ ਇਦਾਂ ਦਾ ਕੁਐਸਚਨ ਕੀਤਾ ਹੋਇਆ, ਆਪਾਂ ਇੱਥੇ ਲਿਖਦੇ ਸੀ X + ਆਈਟਾ Y, ਹੈ ਨਾ। ਤਾਂ ਉਹ ਹੈ ਤਾਂ ਕੰਪਲੈਕਸ ਨੰਬਰ ਦੀ ਫਾਰਮ ਹੀ, ਕਿਸ ਤਰੀਕੇ ਦਾ ਵੀ ਹੋ ਸਕਦਾ। ਤਾਂ ਫਸਟ ਕੁਐਸਚਨ ਆਪਾਂ ਨੂੰ ਦਿੱਤਾ ਹੋਇਆ, ਸੋ ਫਸਟ ਕੁਐਸਚਨ ਆਪਾਂ ਟਰਾਈ ਕਰਦੇ ਹਾਂ। ਆਈਟਾ ਪਾਵਰ ਹੈਗੀ ਆ -39, ਸੋ ਇਸ ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ, 1/, ਆਈਟਾ ਪਾਵਰ ਕੀ ਹੋ ਗਈ ਹੁਣ ਆਪਣੀ ਪੋਜ਼ਿਟਿਵ। ਤਾਂ ਆਪਣੇ ਯਾਦ ਹੀ ਆ ਆਪਾਂ ਕੀ ਕਰਦੇ ਹੁੰਦੇ ਸੀਗੇ, ਮਲਟੀਪਲਾਈ ਕਰਦੇ ਹੁੰਦੇ ਸੀ ਐਂਡ ਡਿਵਾਈਡ ਕਰਦੇ ਹੁੰਦੇ ਸੀ, ਮੀਨਸ ਟੂ ਸੇ ਰੈਸ਼ਨਲਾਈਜ਼ ਕਰਦੇ ਹੁੰਦੇ ਸੀ, ਤਾਂ ਜੋ ਆਪਣਾ ਕੀ ਬਣ ਜੇ ਨੀਚੇ 4 ਦਾ ਮਲਟੀਪਲ ਬਣ ਜੇ। ਸੋ ਹੁਣ 4 ਦਾ ਮਲਟੀਪਲ ਕੀ ਹੈ, 40। ਪਾਵਰ ਦੇ ਵਿੱਚ 40 ਹੋਊਗਾ ਨਾ 4 ਦਾ ਮਲਟੀਪਲ। ਸੋ ਆਪਾਂ ਕਿਸ ਨਾਲ ਕਰਾਂਗੇ, ਆਈਟਾ ਨਾਲ ਕਰ ਦਿਆਂਗੇ ਜੀ। ਜੇ ਆਈਟਾ ਨਾਲ ਕੀਤਾ, ਉੱਪਰ ਆਪਣੇ ਕੋਲ ਆਈਟਾ ਬਣ ਗਿਆ, ਨੀਚੇ ਕੀ ਬਣ ਗਿਆ, ਆਈਟਾ ਰੇਜ਼ ਟੂ ਪਾਵਰ 40। ਠੀਕ ਹੈ, ਆਪਾਂ ਨੀਚੇ ਯਾਦ ਰੱਖਣਾ ਵੀ ਆਪਾਂ 4 ਦਾ ਮਲਟੀਪਲ ਬਣਾਉਣਾ, ਤਾਂ ਜੋ ਆਪਾਂ ਬਿਕੋਜ਼ ਆਪਾਂ ਨੂੰ ਪਤਾ ਵੀ ਜਿਹੜਾ ਆਈਟਾ ਦੀ ਪਾਵਰ 4 ਹੈ ਉਸ ਦੀ ਵੈਲਿਊ ਕਿੰਨੀ ਹੁੰਦੀ ਹੈ, 1। ਠੀਕ ਹੈ, ਹਾਂਜੀ। ਤਾਂ ਹੁਣ ਆਪਣੇ ਕੋਲੇ ਆਈਟਾ ਅਪੋਨ ਆਈਟਾ ਦੀ ਪਾਵਰ 4, ਇਸ ਦੀ ਹੋਲ ਪਾਵਰ 10 ਲਿਖ ਸਕਦੇ ਹਾਂ। ਸੋ ਇਸ ਨੂੰ ਫਰਦਰ ਆਈਟਾ ਦੀ ਪਾਵਰ 4 ਦੀ ਜਗ੍ਹਾ ਤੇ ਆਪਾਂ ਕੀ ਲਿਖ ਸਕਦੇ ਹਾਂ, 1। ਸੋ ਨੀਚੇ ਤਾਂ 1 ਬਣ ਗਿਆ, 1 ਰੇਜ਼ ਟੂ ਪਾਵਰ 10। ਸੋ ਆਪਣਾ ਆਨਸਰ ਕਿੰਨਾ ਆ ਗਿਆ, ਆਈਟਾ। ਠੀਕ ਹੈ, ਕਲੀਅਰ। ਸੋ ਇਸ ਤਰੀਕੇ ਦੇ ਕੁਐਸਚਨ ਆਪਾਂ ਬਿਲਕੁਲ ਸਟਾਰਟਿੰਗ ਵਿੱਚ ਟਰਾਈ ਕੀਤੇ ਸੀ ਇਮੈਜਿਨਰੀ ਨੰਬਰਸ ਦੀ, ਜਦੋਂ ਆਪਾਂ ਗੱਲ ਕੀਤੀ ਸੀ। ਜਿਵੇਂ ਹੁਣ ਆਪਣੇ ਕੋਲੇ ਅਗਲਾ ਕੁਐਸਚਨ ਦਿੱਤਾ ਹੋਇਆ, ਥਰਡ ਕੁਐਸਚਨ ਦੀ ਜੇਕਰ ਆਪਾਂ ਗੱਲ ਕਰੀਏ, 1 - ਆਈਟਾ ਰੇਜ਼ ਟੂ ਪਾਵਰ 4। ਠੀਕ ਹੈ, ਤਾਂ ਇਸ ਨੂੰ ਆਪਾਂ ਫਸਟ ਆਫ ਆਲ ਕੀ ਲਿਖ ਸਕਦੇ ਹਾਂ, 1 - ਆਈਟਾ ਸਕੁਏਅਰ ਫਰਦਰ ਸਕੁਏਅਰ, ਇਸ ਤਰੀਕੇ ਲਿਖ ਲਈਏ। ਸੋ ਬਿਕੋਜ਼ ਹੁਣ ਆਪਾਂ ਨੂੰ ਅੰਦਰ ਵਾਲੇ ਦਾ ਤਾਂ ਫਾਰਮੂਲਾ ਆਉਂਦਾ, ਕੀ ਸੀ ਫਾਰਮੂਲਾ, A - B ਦਾ ਹੋਲ ਸਕੁਏਅਰ ਦਾ ਕੀ ਫਾਰਮੂਲਾ ਹੁੰਦਾ, A² + B² - 2AB, ਹੈ ਨਾ। ਸੋ ਆਪਣੇ ਕੋਲੇ A² + B² - 2AB ਫਰਦਰ ਇਸ ਦਾ ਸਕੁਏਅਰ, ਇਹ ਵਾਲਾ। ਠੀਕ ਹੈ, ਹਾਂਜੀ। ਤਾਂ ਆਪਣੇ ਕੋਲੇ 1 ਆਈਟਾ ਸਕੁਏਅਰ ਦੀ ਵੈਲਿਊ ਕੀ ਹੁੰਦੀ ਹੈ ਜੀ, ਆਈਟਾ ਸਕੁਏਅਰ ਦੀ ਵੈਲਿਊ ਹੁੰਦੀ ਹੈ ਆਪਣੇ ਕੋਲੇ -1। ਇਹ ਤੁਹਾਨੂੰ ਦੱਸਿਆ ਸੀ ਮੈਂ ਵੀ, ਪਹਿਲੀਆਂ 3-4 ਵੈਲਿਊਜ਼ ਆਪਾਂ ਯਾਦ ਹੀ ਰੱਖ ਲਾਂਗੇ। ਸੋ ਆਪਣੇ ਕੋਲ ਆਈਟਾ ਸਕੁਏਅਰ ਦੀ ਜਗ੍ਹਾ ਤੇ ਲਿਖਤਾ ਇੱਥੇ -1 ਐਂਡ ਇੱਥੇ -2 ਆਈਟਾ ਫਰਦਰ ਅੱਗੇ ਹੋਲ ਸਕੁਏਅਰ। ਹਾਂਜੀ, ਤਾਂ ਮੂਰਲਾ ਤਾਂ ਆਪਣੇ ਕੋਲੇ 0 ਹੀ ਹੋ ਗਿਆ, 0 - 2 ਆਈਟਾ ਅੱਗੇ ਹੋਲ ਸਕੁਏਅਰ। ਸੋ ਇਹ ਆਪਣਾ ਬਣ ਗਿਆ -2 ਆਈਟਾ ਅੱਗੇ ਹੋਲ ਸਕੁਏਅਰ। ਤਾਂ ਆਪਣੇ ਕੋਲ ਇਹ ਹੋ ਗਿਆ 4 ਆਈਟਾ ਸਕੁਏਅਰ। ਤਾਂ ਆਈਟਾ ਸਕੁਏਅਰ ਦੀ ਜਗ੍ਹਾ ਤੇ ਫਿਰ ਕੀ ਵੈਲਿਊ ਪੁੱਟ ਕਰਾਂਗੇ ਆਪਾਂ, -1। ਸੋ ਆਪਣਾ ਆਨਸਰ ਕਿੰਨਾ ਆ ਜਾਊਗਾ, -4 ਇਜ਼ ਆਰ ਰਿਕੁਆਇਰਡ ਆਨਸਰ। ਕਲੀਅਰ। ਐਂਡ ਜਿਹੜਾ ਆਪਣਾ ਥਰਡ ਪਾਰਟ ਆ ਗਿਆ, ਅਗਲਾ ਪਾਰਟ, ਅਗਲੇ ਪਾਰਟ ਦੇ ਵਿੱਚ ਤੁਸੀਂ ਆਪ ਟਰਾਈ ਕਰਨਾ। ਕੀ ਦਿੱਤਾ ਇਹਨਾਂ ਨੇ, ਦੇਖੋ ਬਿਲਕੁਲ ਸੇਮ ਬਣਿਆ ਪਿਆ ਜੀ ਆਪਣੇ ਕੋਲੇ, A - B ਦੇ ਹੋਲ ਕਿਊਬ ਦਾ ਫਾਰਮੂਲਾ ਲਗਾ ਕੇ ਆਪਣਾ ਆਨਸਰ ਆ ਜਾਊਗਾ। ਬਸ ਜਦੋਂ ਆਪਾਂ ਇੱਥੇ A - B ਦੇ ਹੋਲ ਕਿਊਬ ਦਾ ਫਾਰਮੂਲਾ ਖੋਲਾਂਗੇ, ਉਸ ਦੇ ਵਿੱਚ ਆਪਣੇ ਕੋਲੇ A ਦੀ ਵੈਲਿਊ ਕਿੰਨੀ ਲੈ ਕੇ ਚੱਲਾਂਗੇ, -2 ਲੈ ਕੇ ਚੱਲਾਂਗੇ ਐਂਡ B ਦੀ ਵੈਲਿਊ ਕਿੰਨੀ ਲੈ ਕੇ ਚੱਲਾਂਗੇ, 1/3 ਆਈਟਾ ਲੈ ਕੇ ਚੱਲਾਂਗੇ। ਫਾਰਮੂਲੇ ਦੇ ਵਿੱਚ ਵੈਲਿਊਜ਼ ਪੁੱਟ ਕਰ ਦਾਂਗੇ ਐਂਡ ਆਪਣਾ ਆਨਸਰ ਆ ਜਾਏਗਾ। ਐਂਡ ਜੇਕਰ ਆਪਾਂ ਇਹਨਾਂ ਕੁਐਸਚਨਸ ਦੀ ਗੱਲ ਕਰੀਏ ਜੋ ਆਪਾਂ ਉੱਪਰ ਦੋਨੋਂ ਕੀਤੇ ਆ, ਇਹ ਆਪਾਂ ਥੋੜੇ ਵਿੱਚ ਹੀ ਛੱਡਦੇ, ਇੱਥੇ -4 ਲਿਖਿਆ। ਸੋ ਆਪਾਂ ਇਸ ਨੂੰ ਕਿਸ ਫਾਰਮ 'ਚ ਲਿਖਣਾ ਸੀ, A + ਆਈਟਾ B ਫਾਰਮ 'ਚ। ਸੋ ਆਪਣੇ ਕੋਲੇ ਕਿੱਦਾਂ ਲਿਖਿਆ ਜਾਊਗਾ, A + ਆਈਟਾ B = -4 + 0 ਆਈਟਾ। ਠੀਕ ਹੈ, ਬਿਕੋਜ਼ ਆਪਣੇ ਕੋਲੇ ਰੀਅਲ ਪਾਰਟ ਯਾਨੀ ਕਿ A ਦੀ ਵੈਲਿਊ ਆਈ ਹੈ -4। ਤੇ ਜੇਕਰ ਆਪਾਂ ਇੱਥੇ ਵੀ ਲਿਖਣਾ ਹੋਵੇ, ਇੱਥੇ ਕਿੱਦਾਂ ਲਿਖਿਆ ਜਾਏਗਾ, 0 + 1 ਆਈਟਾ। ਬਿਕੋਜ਼ ਆਪਣੇ ਕੋਲੇ ਇਮੈਜਨਰੀ ਆਇਆ, ਸੋ ਆਪਾਂ ਰੀਅਲ ਵਾਲੇ ਪਾਰਟ ਨੂੰ 0 ਲੈ ਲਾਂਗੇ। ਇੱਥੇ ਆਪਣੇ ਕੋਲੇ ਰੀਅਲ ਪਾਰਟ ਆਇਆ, ਸੋ ਆਪਾਂ ਇਮੈਜਨਰੀ ਪਾਰਟ ਨੂੰ 0 ਲੈ ਲਿਆ। ਠੀਕ ਹੈ, ਹੁਣ ਆਪਣੇ ਕੋਲੇ ਇਹ ਹੈ ਰਿਕੁਆਇਰਡ ਆਨਸਰ ਹੈ, ਜਿਹੜਾ ਉਹ ਇੱਕ ਸਟੈਪ ਰਹਿ ਗਿਆ ਸੀ ਆਪਣਾ। ਸੋ ਸਿਮਿਲਰਲੀ ਇਸ ਕੁਐਸਚਨ ਦੇ ਵਿੱਚ ਵੀ ਆਪਾਂ ਆਪ ਟਰਾਈ ਕਰਨਾ। ਸੋ ਨੈਕਸਟ ਕੁਐਸਚਨ ਆਪਾਂ ਨੂੰ ਦਿੱਤਾ ਹੋਇਆ ਮਲਟੀਪਲਾਈਕੇਟਿਵ ਇਨਵਰਸ। ਤਾਂ ਆਪਣੇ ਯਾਦ ਹੁਣ ਆਪਾਂ ਦੋ ਚੀਜ਼ਾਂ ਕੀਤੀਆਂ ਸੀ, ਇੱਕ ਐਡੀਟਿਵ ਇਨਵਰਸ ਐਂਡ ਇੱਕ ਮਲਟੀਪਲਾਈਕੇਟਿਵ ਇਨਵਰਸ। ਆਪਣੀ ਜਿਹੜੀ NCERT ਹੈ ਇਹਦੇ ਵਿੱਚ ਐਡੀਟਿਵ ਦਾ ਕੁਐਸਚਨ ਨਹੀਂ ਦਿਸ ਰਿਹਾ ਕੋਈ, ਸੋ ਆਪਾਂ ਮਲਟੀਪਲਾਈਕੇਟਿਵ ਦਾ ਟਰਾਈ ਕਰਦੇ ਹਾਂ। ਤਾਂ ਆਪਾਂ ਕੀ ਕਰਦੇ ਹੁੰਦੇ ਸੀ, ਮਲਟੀਪਲਾਈਕੇਟਿਵ ਵੈਸੇ ਤਾਂ ਯਾਦ ਆ ਨਾ, ਆਪਾਂ ਕਿੰਨਾ ਕਿਸੇ ਚੀਜ਼ ਨਾਲ ਮਲਟੀਪਲਾਈ ਕਰੀਏ ਤਾਂ ਜੋ ਆਪਣਾ ਆਨਸਰ ਕਿੰਨਾ ਆ ਜੇ, 1। ਸੋ ਆਪਾਂ ਫਸਟ ਕੁਐਸਚਨ ਟਰਾਈ ਕਰਦੇ ਹਾਂ। ਫਸਟ ਕੁਐਸਚਨ ਦੇ ਵਿੱਚ ਆਪਾਂ ਕਿੱਦਾਂ ਲਿਖ ਸਕਦੇ ਹਾਂ, ਲੈਟ A + ਆਈਟਾ B
ਮਲਟੀਪਲਾਈਕੇਟਿਵ ਇਨਵਰਸ ਆਫ, ਇਹ ਆਪਾਂ ਪਹਿਲਾਂ ਕੀਤੇ ਹੋਏ ਆ, ਰਿਵੀਜ਼ਨ ਹੋ ਰਹੀ ਹੈ ਇੱਕ ਤਰ੍ਹਾਂ ਨਾਲ ਇਹ, ਠੀਕ ਹੈ। ਇਨਵਰਸ ਆਫ √5 + 3 ਆਟਾ, ਇਸ ਦਾ ਇਹ ਕੀ ਹੈ, ਮਲਟੀਪਲਾਈਕੇਟਿਵ ਇਨਵਰਸ ਆ। ਸੋ ਆਪਾਂ ਕੀ ਲਿਖ ਸਕਦੇ ਹਾਂ, ਦੇਅਰਫੋਰ a + ਆਟਾ b √5 + 3 ਆਟਾ, ਦੋਨਾਂ ਦੀ ਮਲਟੀਪਲਾਈ ਕਿਸ ਦੇ ਇਕੁਅਲ ਹੋ ਸਕਦੀ ਹੈ, 1 ਦੇ, ਠੀਕ ਹੈ। ਸੋ ਆਪਣੇ ਕੋਲ a + ਆਟਾ b ਦੀ ਵੈਲਿਊ ਕੀ ਆ ਗਈ, 1/√5 + 3 ਆਟਾ, ਕਲੀਅਰ। ਸੋ ਹੁਣ ਆਪਾਂ ਬਿਲਕੁਲ ਸੇਮ ਕੰਮ ਜੋ ਆਪਾਂ ਪਹਿਲਾਂ ਕਰਦੇ ਹੁੰਦੇ ਸੀਗੇ, ਆਪਾਂ ਲਿਖਦੇ ਹੁੰਦੇ ਸੀ ਵੀ ਜੇਕਰ ਨੀਚੇ ਆਪਣੇ ਕੋਲ ਆਟਾ ਆ ਜੇ ਦੈਟ ਮੀਨਸ ਆਪਾਂ ਕੀ ਕਰਦੇ ਹਾਂ, ਰੈਸ਼ਨਲਾਈਜ਼। ਸੋ ਆਪਾਂ ਰੈਸ਼ਨਲਾਈਜ਼ ਕਰਾਂਗੇ, √5 - 3 ਆਟਾ ਅਪੋਨ √5 - 3 ਆਟਾ, ਠੀਕ ਹੈ। ਜੋ ਰੈਸ਼ਨਲਾਈਜ਼ ਕਰਾਂਗੇ ਆਪਣੇ ਕੋਲ ਆ ਜਾਏਗਾ ਉੱਪਰ √5 - 3 ਆਟਾ ਐਂਡ ਨੀਚੇ ਹਮੇਸ਼ਾ ਤੋਂ ਹੀ ਆਪਣੇ ਕੋਲ ਫਾਰਮੂਲਾ ਲੱਗਦਾ ਹੁੰਦਾ a + b a - b ਆਇਡੈਂਟੀਟੀ। ਸੋ ਆਪਣੇ ਕੋਲ a² - b² √5 ਦਾ ਹੋਲ ਸਕੁਅਰ -3 ਆਟਾ ਦਾ ਹੋਲ ਸਕੁਅਰ। ਸੋ ਇਹ ਆਪਣੇ ਕੋਲ ਹੋ ਜਾਏਗਾ a + ਆਟਾ b = √5 - 3 ਆਟਾ ਅਪੋਨ 5 - 9 ਆਟਾ ਸਕੁਅਰ। ਸੋ ਆਪਾਂ ਨੂੰ ਪਤਾ ਆਟਾ ਸਕੁਅਰ ਦੀ ਵੈਲਿਊ ਕਿੰਨੀ ਹੁੰਦੀ ਹੈ, -1। ਸੋ ਇੱਥੇ ਆਪਾਂ ਵੈਲਿਊ ਪੁੱਟ ਕਰਾਂਗੇ ਤਾਂ ਆਪਣੇ ਕੋਲ a + ਆਟਾ b ਕਿਹਦੇ ਕੋਲ ਆ ਜਾਏਗਾ, √5 - 3 ਆਟਾ ਅਪੋਨ 5 + 9, ਬਿਕੋਜ਼ ਇੱਥੇ -1 ਹੋ ਜਾਏਗਾ ਤਾਂ ਆਪਣਾ ਇਹ ਕੀ ਹੋ ਜਾਏਗਾ, ਪਲੱਸ। ਸੋ ਆਪਣੇ ਕੋਲ ਆਂਸਰ ਆ ਗਿਆ √5 - 3 ਆਟਾ ਅਪੋਨ 14। ਸੋ ਆਪਣੇ ਕੋਲ ਇੱਥੋਂ ਜਿਹੜਾ ਆਪਣਾ ਮਲਟੀਪਲਾਈਕੇਟਿਵ ਇਨਵਰਸ ਸੀਗਾ ਉਹ ਕਿੰਨਾ ਆ ਗਿਆ, ਇਹ ਵਾਲਾ। ਆਪਾਂ ਇਸ ਨੂੰ ਇਸ ਤਰੀਕੇ ਵੀ ਲਿਖ ਸਕਦੇ ਹਾਂ, ਇਕੱਲੇ ਦੇ ਨੀਚੇ ਕਰਕੇ ਵੀ ਲਿਖ ਸਕਦੇ ਹਾਂ ਐਂਡ ਇਸ ਤਰੀਕੇ ਵੀ ਛੱਡ ਸਕਦੇ ਹਾਂ, ਕਲੀਅਰ। ਇਸ ਤਰੀਕੇ ਵੀ ਲਿਖ ਸਕਦੇ ਹਾਂ, ਦੋਨੋਂ ਆਪਣਾ ਕਰੈਕਟ ਹੈ। ਸੋ ਜਿਹੜਾ ਆਪਣਾ ਨੈਕਸਟ ਕੁਐਸਚਨ ਹੈ ਇਹ ਆਪਾਂ ਆਪ ਟਰਾਈ ਕਰਨਾ, ਬਿਲਕੁਲ ਸਿੰਪਲ ਹੀ ਹੈ, ਬਿਲਕੁਲ ਸੇਮ ਇਸੇ ਤਰੀਕੇ ਕਰਨਾ। ਸੋ ਆਪਣੇ ਕੋਲੇ ਨੈਕਸਟ ਟਾਈਪ ਹੈ ਫਾਈਂਡ ਮੋਡੂਲਸ ਐਂਡ ਐਂਪਲੀਟਿਊਡ ਆਫ ਕੰਪਲੈਕਸ ਨੰਬਰ। ਆਪਾਂ ਨੂੰ ਦਿੱਤਾ ਹੋਇਆ ਕੰਪਲੈਕਸ ਨੰਬਰ z = -√3 + ਆਟਾ। ਤਾਂ ਪਹਿਲਾਂ ਆਪਣੇ ਯਾਦ ਹੋਣਾ ਚਾਹੀਦਾ ਆਪਾਂ ਮੋਡੂਲਸ ਨੂੰ ਹੋਰ ਕੀ ਲਿਖਦੇ ਹੁੰਦੇ ਸੀ, ਮੋਡੂਲਸ ਜਾਂ ਹੋਰ ਕੀ ਲਿਖ ਸਕਦੇ ਹਾਂ ਇਸ ਨੂੰ, ਐਬਸੋਲੂਟ ਵੈਲਿਊ। ਯਾਦ ਆ ਨਾ, ਆਪਾਂ ਪਹਿਲਾਂ ਕੀਤਾ ਹੋਇਆ ਇਦਾਂ ਦਾ ਕੁਐਸਚਨ, ਐਬਸੋਲੂਟ ਵੈਲਿਊ, ਓਕੇ। ਐਂਡ ਜਿਹੜਾ ਆਪਣੇ ਕੋਲੇ ਐਂਪਲੀਟਿਊਡ ਸੀ, ਐਂਪਲੀਟਿਊਡ ਨੂੰ ਹੋਰ ਕੀ ਲਿਖਦੇ ਹੁੰਦੇ ਸੀ ਆਪਾਂ, ਇਹ ਤਾਂ ਦੱਸ ਰਿਹਾ ਬਿਕੋਜ਼ ਕਈ ਵਾਰ ਇੱਥੇ ਆਹ ਟਰਮਸ ਵੀ ਲਿਖੀਆਂ ਮਿਲ ਸਕਦੀਆਂ ਤੁਹਾਨੂੰ। ਐਂਪਲੀਟਿਊਡ ਨੂੰ ਹੋਰ ਕੀ ਲਿਖਦੇ ਹੁੰਦੇ ਸੀ ਆਪਾਂ, ਆਰਗੂਮੈਂਟ, ਕਲੀਅਰ। ਹਾਂਜੀ, ਤਾਂ ਹੁਣ ਜੇਕਰ ਆਪਾਂ ਗੱਲ ਕਰੀਏ, ਫਸਟ ਆਫ ਆਲ ਆਪਾਂ ਸਿੰਪਲੀ ਕੰਮ ਆ ਮੋਡੂਲਸ ਕੱਢਣ ਦਾ। ਆਪਣੇ ਕੋਲੇ z ਦਾ ਮੋਡੂਲਸ ਆਪਣੇ ਕੋਲੇ ਇਹ ਹੁੰਦਾ ਸੀ, ਆਪਾਂ ਕੀਤਾ ਹੋਇਆ ਪਹਿਲਾਂ, ਠੀਕ ਹੈ। ਐਂਡ ਜਦੋਂ ਆਪਾਂ ਐਂਪਲੀਟਿਊਡ ਕੱਢਦੇ ਹੁੰਦੇ ਸੀ ਮੀਨਸ ਟੂ ਸੇ ਆਪਾਂ ਥੀਟਾ ਦੀ ਵੈਲਿਊ ਕੱਢਣੀ ਹੁੰਦੀ ਸੀ, ਇਹ ਵੀ ਆਪਾਂ ਨੂੰ ਪਤਾ। ਤਾਂ ਹੁਣ ਇੱਥੇ ਥੋੜੀ ਜਿਹੀ ਨਵੀਂ ਚੀਜ਼ ਆ ਜੋ ਆਪਾਂ ਕਰਨੀ ਆ। ਇੱਕ ਪਲੀਜ਼ ਯਾਦ ਰੱਖਿਓ, ਥੀਟਾ ਨੂੰ ਮੇਜ਼ਰ ਕਰਨੀਆਂ ਆਪਣੇ ਕੋਲੇ ਦੋ ਚੀਜ਼ਾਂ ਹੁੰਦੀਆਂ ਥੀਟਾ ਨੂੰ ਮੇਜ਼ਰ ਕਰਨ ਲਈ। ਇੱਕ ਤਾਂ ਆਪਾਂ ਰੇਡੀਅਨ ਦੇ ਵਿੱਚ ਮੇਜ਼ਰ ਕਰ ਸਕਦੇ ਹਾਂ, ਇੱਕ ਆਪਾਂ ਡਿਗਰੀ ਦੇ ਵਿੱਚ ਮੇਜ਼ਰ ਕਰ ਸਕਦੇ ਹਾਂ, ਠੀਕ ਹੈ। ਡਿਗਰੀ ਦੇ ਵਿੱਚ ਤਾਂ ਆਪਾਂ 10th ਦੇ ਵਿੱਚ ਕਰਦੇ ਹੀ ਆਏ ਹਾਂ, ਰੇਡੀਅਨ ਦੇ ਵਿੱਚ ਆਪਾਂ ਇਸ ਬਾਰੇ ਸਿੱਖਣਾ, ਆਪਣਾ 3rd ਚੈਪਟਰ ਆ ਜਿਹੜਾ, ਕਲੀਅਰ। ਹਾਂਜੀ, ਤਾਂ ਆਪਣੇ ਕੋਲੇ ਪਾਈ ਆਪਾਂ ਰੇਡੀਅਨ ਦੇ ਵਿੱਚ ਲਿਖਦੇ ਹਾਂ, ਪਾਈ = ਹੁੰਦਾ ਆਪਣਾ 180 ਡਿਗਰੀ, ਕਲੀਅਰ। ਇਸ ਨੂੰ ਯਾਦ ਰੱਖਿਓ ਬਸ, ਹੋਰ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਕਰਨਾ। ਇੱਕ ਚੀਜ਼ ਹੋਰ ਆਪਣੇ ਯਾਦ ਹੋਣਾ ਵੀ, ਇੱਕ ਆਪਾਂ ਕੁਆਡਰੈਂਟਸ ਕੀਤੇ ਸੀ, ਆਹ ਆਪਣਾ ਫਸਟ ਕੁਆਡਰੈਂਟ ਹੁੰਦਾ, ਆਹ ਸੈਕਿੰਡ ਹੁੰਦਾ, ਆਹ ਥਰਡ ਹੁੰਦਾ ਐਂਡ ਆਹ 4th। ਜਿਹੜਾ ਆਪਣਾ ਫਸਟ ਕੁਆਡਰੈਂਟ ਹੁੰਦਾ ਇਸ ਵਿੱਚ ਆਲ ਪੋਜ਼ਿਟਿਵ ਹੁੰਦੇ ਆ। ਆਲ ਪੋਜ਼ਿਟਿਵ ਕਹਿਣ ਦਾ ਮਤਲਬ ਜਿੰਨੇ ਵੀ ਆਪਣੇ ਕੋਲੇ ਸਾਈਨ, ਕੋਸ, ਟੈਨ, ਕੋਟ, ਕੋਸਿਕੈਂਟ, ਸੀਕੈਂਟ 6 ਦੇ 6 ਇਸ ਵਿੱਚ ਕੀ ਹੋਣਗੇ, ਪੋਜ਼ਿਟਿਵ, ਠੀਕ ਹੈ। ਜਿਹੜਾ ਸੈਕਿੰਡ ਕੁਆਡਰੈਂਟ ਆ ਇਸ ਵਿੱਚ ਓਨਲੀ ਆਪਣਾ ਸਾਈਨ, ਤੇ ਸਾਈਨ ਦੇ ਨਾਲ ਕੌਣ ਹੁੰਦਾ, ਕੋਸਿਕੈਂਟ, ਸਾਈਨ ਦਾ ਜਿਹੜਾ ਰਿਵਰਸ ਹੁੰਦਾ ਕੋਸਿਕੈਂਟ, ਇਹ ਪੋਜ਼ਿਟਿਵ ਹੋਣਗੇ, ਬਾਕੀ ਸਾਰੇ ਕੀ ਹੋਣਗੇ, ਨੈਗੇਟਿਵ, ਠੀਕ ਹੈ। ਜਿਹੜਾ ਆਪਣਾ ਥਰਡ ਕੁਆਡਰੈਂਟ ਹੈ ਇਸ ਵਿੱਚ ਟੈਨ ਤੇ ਆਪਣਾ ਕੋਟ, ਇਹ ਕੀ ਹੋਣਗੇ, ਪੋਜ਼ਿਟਿਵ, ਬਾਕੀ ਸਾਰੇ ਕੀ ਹੋਣਗੇ, ਨੈਗੇਟਿਵ। ਐਂਡ ਜਿਹੜਾ ਆਪਣਾ 4th ਕੁਆਡਰੈਂਟ ਹੈ ਇਸ ਵਿੱਚ ਕੋਸ ਤੇ ਸੀਕੈਂਟ, ਇਹ ਕੀ ਹੋਣਗੇ, ਪੋਜ਼ਿਟਿਵ, ਬਾਕੀ ਸਾਰੇ ਨੈਗੇਟਿਵ। ਵੈਸੇ ਇਹ ਆਪਣਾ 3rd ਚੈਪਟਰ ਦਾ ਕੰਮ ਆ, ਬਟ ਇੱਥੇ ਆਪਾਂ ਨੂੰ ਥੋੜੀ ਜਿਹੀ ਲੋੜ ਪਊਗੀ, ਸੋ ਮੈਨੂੰ ਇਹ ਸੀ ਇੱਕ ਵਾਰ ਦੱਸ ਹੀ ਦੇਵਾਂ, ਠੀਕ ਹੈ। ਜਿਵੇਂ ਜਿਵੇਂ ਕੁਐਸਚਨਸ ਆਉਣਗੇ ਉਵੇਂ ਉਵੇਂ ਆਪਾਂ ਇਹਨਾਂ ਨੂੰ ਯੂਜ਼ ਕਰਾਂਗੇ, ਕਲੀਅਰ। ਸੋ ਆਪਣੇ ਕੋਲੇ ਕੁਐਸਚਨ ਦਿੱਤਾ ਹੋਇਆ z = -√3 + ਆਟਾ।
सो जेकर आप इसनूं स्टार्ट करिए तो फस्ट ऑफ ऑल अपने कोले मॉडुलस ऑफ Z मीनस तुसीं आपां मॉडुलस कैलकुलेट करते हैं। मॉडुलस ऑफ Z की हुंदा एक्स स्क्वेयर, एक्स अपने कोले की है इत्थे आ वाली टर्म माइनस √3 इस दा होल स्क्वेयर प्लस वाई स्क्वेयर, वाई अपने कोले आइटा दे नाल लग्या हुंदा जो है ना। सो अपने कोले 1 दा स्क्वेयर, सो अपने कोले आ जाएगा इत्थों 3 + 1 दैट इज √4। सो अपने कोले मॉडुलस ऑफ Z की वैल्यू कितनी आ गई 2। एंड जेकर अपने याद होवे आपां एक टॉपिक कीता सी आर्गन स्प्लेन जां आपां कॉम्पलैक्स प्लेन, उहदे विच आपां कहा सीगा भी R = मॉडुलस ऑफ Z = 2, मतलब R ते मॉडुलस ऑफ Z सेम ही गल हुंदी है। ठीक है, इदां दे क्वेश्चनस विच जिन्हां विच मॉडुलस ते एम्पलीट्यूड कढना होवे, याद रखना आपां एम्पलीट्यूड वाले काम विच आ कुछ स्टैप्स करदे हुंदे आ। लैट करदे हुंदे अपने कोले गिवन चीज -√3 + आइटा = R cos थीटा प्लस आइटा साइन थीटा। याद ही होना ना, आप यह चीज़ करते होंगे सी। हुण आप कंपेयर करते हैं, जो आप कंपेयर करांगे तो अपनी आर की वैल्यू तो हम अपने को सीधी हैगी 2। सो अपने को जी रियल पार्ट है, यदा रियल पार्ट आह तो यदा रियल पार्ट की होगा ये वाला। सो आप लिख सकते हैं -√3 = R cos थीटा। ठीक है, कंपेयर करने तो बाद ये बन जूगा ना अपने को। एंड जे अपने को दूसरे पार्ट की गल करिए इमेजनरी की, सो अपने को आइटा नाल तो आइटा कंपेयर हो जाऊगा। सो 1 = R sin थीटा। क्लीयर, इत्थे तो 1 ही है ना अपने को आइटा दे नाल लग्या होया। सो जेकर आप इन्हां नूं फरदर अगे करिए अपने को R की जगह ते की पुट करांगे 2, बिकॉज मॉडुलस ऑफ Z नूं ही R कहा जाता। सो अपने को -√3/2 = आ गया cos थीटा। क्लीयर, एंड इत्थों 1/2 इसनूं आपां R नूं 2 पुट किया, 2 नीचे आया = sin थीटा। ठीक है, तो हुण आपां नूं पता लग रहा। एंड जेकर आप इन्हां दोनों इक्वेशनस नूं इनू 1 का नाम देता, इनू 2 का, इन्हां नूं जेकर डिवाइड करिए मीनस टू से 2/1 करिए आपां, तो आपां नूं मिलेगा sin थीटा अपॉन cos थीटा, ये बन जाएगा अपने को tan थीटा। ठीक है, sin अपॉन cos करांगे ना, बिकॉज 2 नूं उपर रखना 1 नूं नीचे, तो इधरली साइड की बचेगा अपने को 2 नाल 2 कैंसल आउट हो जाएगा, ये बचेगा अपने को 1/√3 नेगेटिव दे विच। ठीक है, अपने को यह तीसरी इक्वेशन बन गई। तो हुण जेकर आप देखिए आपां नूं पता लगे भी किहड़े क्वाड्रेंट की गल हो रही है, इसनूं इंपॉर्टेंट आ, प्लीज़ ध्यान नाल देख लो। सो अपने को देखो cos थीटा की अपने को नेगेटिव। सो अपने को पहला तो है नहीं गा क्वाड्रेंट। ठीक है, दूसरा क्वाड्रेंट दूसरा हो सकता है, यस, दूसरे दे विच cos अपना नेगेटिव हुंदा, चांस हैगे आ, साइन पॉजिटिव हुंदा, बिल्कुल सही, ये कंडीशन भी फॉलो कर रहा ना। एंड थर्ड कंडीशन की है tan नेगेटिव, tan इस विच नेगेटिव भी हुंदा। सो अपने को पता लग रहा अपन सैकेंड क्वाड्रेंट आ, बिकॉज जे थर्ड हुंदा तो अपन tan पॉजिटिव होना चाहिए सी, बिकॉज tan भी अपने को इत्थे नेगेटिव आ। सो थर्ड सैकेंड क्वाड्रेंट की गल हो रही है। सो आप इत्थे लिखांगे हैंस थीटा लाइज इन सैकेंड क्वाड्रेंट। लग गया ना पता भी किवें लाई कर रहे हैं सैकेंड क्वाड्रेंट विच, बिकॉज अपने को तीनों कंडीशंस देखो, अपने को cos इत्थे की है नेगेटिव होना चाहिए, सैकेंड विच नेगेटिव ही है, साइन अपने को पॉजिटिव होना चाहिए, पॉजिटिव ही है, एंड tan भी नेगेटिव होना चाहिए सी, नेगेटिव ही है। सो अपने को 3 वैल्यूज आई हुण, cos थीटा की वैल्यू आई है -√3/2, sin थीटा 1/2 एंड tan थीटा -1/√3। एक चीज़ अपन ये पता लगी है भी ये सैकेंड क्वाड्रेंट विच है। ठीक है, हाँ जी, तो यह वैल्यू जेकर आप गल करिए √3/2 कदों हुंदी है, जो cos 30 डिग्री हुंदा ओहदी हुंदी है ना, cos 30 की वैल्यू हुंदी है √3/2, माइनस नूं एक बार तुसीं छड्ड के चलो। एंड sin थीटा की वैल्यू 1/2 कदों हुंदी है, जो sin 30 हुंदा है। ठीक है, एंड tan थीटा की वैल्यू 1/√3 कदों हुंदी है, जो यह 30 हुंदा है। सो आपां नूं 30 नूं आपां रेडियन दे विच की लिख सकते हैं, देखो जेकर आपां पाई नूं लिख दिंदे आ 180, सो अपने को 30 नूं लिखना होवे तो बोथ साइड आपां 6 नाल डिवाइड कर दईए, 6 नाल डिवाइड करांगे तो इत्थे कितना बन जाएगा π/6 = 30। सो आप 30 नूं की लिख सकते हैं π/6। सो अपने को इत्थे थीटा की वैल्यू की आ रही है -π/6, तो जेकर आप इसनूं सैकेंड क्वाड्रेंट विच आ, जेकर इसनूं सैट करके लिखना होवे की बन जाएगा ये π-π/6। सो ये अपने को बन जाएगी 5π/6। सो अपने को थीटा की वैल्यू आ गई 5π/6, जां आप ये भी कह सकते हैं आर्गूमेंट ऑफ Z। आर्गूमेंट ऑफ Z अपने को कितना आ गया
5π/6। क्लीयर। पिछली बार आप यही क्वेश्चन दूसरे तरीके ट्राई किया जिवें अपने को टैन थीटा की वैल्यू आ गई सी -1/√3 है ना। सो आप इसनूं किवें करांगे, इत्थों स्टैप दसदा। पिछली बार जो कीता सीगा, सो आप कीता सीगा टैन इनवर्स हो जाता सी इधर आके, याद होना है ना। सो आप की कीता सीगा टैन थीटा अपने को हैगा -1/√3 दे इक्वल। सो अपने को की हो जाता सी थीटा इज इक्वल्स टू माइनस टैन इनवर्स 1/√3। ठीक है, इस तरीके किया सी आपां। सो अपने को थीटा इज इक्वल्स टू माइनस टैन इनवर्स उदा ही लिखता। सो इस हुण आपां की लिख सकते हैं, देखो अपने को टैन 30 की वैल्यू होंगी है एंड 30 नूं आपां की लिख सकते हैं π/6। सो इत्थों मैं लिख सकदा टैन π/6 लिख सकदा ना। इसनूं समझ आ रही है। सो टैन नाल आपां टैन कटता सी बिकॉज ये इनवर्स सीगा एंड ये सिंपल टैन सी। ਇਹਦਾ मीनस की होंदा 1/tan। सो ये कट्टे जाएंगे। सो अपने को थीटा की वैल्यू फिर इत्थों कितनी आएगी -π/6, वही वैल्यू जो पहला आई है। ठीक है, सिंस अपने को थीटा लाइज इन सैकेंड क्वाड्रेंट, थीटा लाइज इन सैकेंड क्वाड्रेंट, ये तो अपन पता भी सैकेंड क्वाड्रेंट में लाई कर रहा। सो आप की लिखांगे थीटा इज इक्वल्स टू पाई माइनस, बिकॉज जो अपने को सैकेंड क्वाड्रेंट होंगे यही कितों तक होंगे अपने को पाई तक होंगे। ठीक है, 0 तो पाई तक वैल्यू लाई कर दी है ना। ये अपने को π/2 तक होंगे, यह पाई तक होंगे। सो ये अपने को 3π/2 तक होंगे। ठीक है, सो जो अपने को सैकेंड क्वाड्रेंट में लाई करता दैट मीनस पाई माइनस π/6। सो अपने को आंसर फिर कितना आ जाएगा 5π/6। ठीक है, दोनों चो आंसर सेम ही होना। इसे क्वेश्चन आप ट्राई करके देखना, इंपॉर्टेंट है काफ़ी ज़्यादा हो जाएगा। की कीता आपां पहला मॉडुलस कढ़िया एंड उस तो बाद एंपलीट्यूड कढ़ना थोड़ा जिहा टाइम लगता। मॉडुलस तो बिल्कुल सिंपल ही है, मॉडुलस तो आप इत्थे कैलकुलेट कर लिया सी। बस जिहड़ा एंपलीट्यूड है एंपलीट्यूड नूं कढ़न ते कुछ स्टैप्स पहलां करने पैंदे आ, वो आपां नूं करने ही पैणगे। ठीक है, सो अपने को नैक्सट क्वेश्चन है कन्वर्ट कंपलैक्स नंबर इनटू पोलर फॉर्म। ये अपने लिए बिल्कुल नवीं चीज़ है, बट आप कर चुके हैं, बिल्कुल सेम है, बस वर्ड ही नवा पोलर फॉर्म। सो पोलर फॉर्म दे विच आपां की काम करना, बिल्कुल सेम जो आप पहला करके आए हैं। आर कॉस थीटा आर साइन थीटा दे इक्वल लिखना है, उस तो बाद कंपेयर करना है, वैल्यूज कढ़नी है, आर की वैल्यू कढ़नी है एंड लास्ट ते आपां थीटा की वैल्यू बिल्कुल सेम। सो अपने को फर्स्ट वन की है जो अपने को कंपलैक्स नंबर दिता होया, इसनूं आपां पुट करांगे लेट 1 माइनस आइटा इज इक्वल्स टू आर कॉस थीटा प्लस आइटा साइन थीटा। ठीक है, जो भी आपको पोलर फॉर्म के क्वेश्चन मिलन या आपको एंपलीट्यूड या आर्गूमेंट कढ़न के क्वेश्चन मिलन तो आप यही काम ही करना। क्लीयर। सो अपने को जो आप कंपेयरिंग करांगे जो इन्हों दैन अपने को आर कॉस थीटा की वैल्यू की बनेगी आर कॉस थीटा इज इक्वल्स टू जो अपने को रियल पार्ट है वह किस दे इक्वल आएगा 1 दे। ठीक है, एंड जो अपने को इमेजनरी पार्ट सी दैट मीनस आर साइन थीटा ये किस दे इक्वल आएगा -1 दे। सो हुण आप इत्थों आर की वैल्यू कढ़नी है। ठीक है, आर आपको पता है Z के इक्वल ही होंगी है, मॉडुलस ऑफ Z के इक्वल होंगी है, नॉट Z मॉडुलस ऑफ Z। तो आप मॉडुलस कढ़ के भी आर की वैल्यू कढ़ सकते हैं। मॉडुलस आपको कढ़ना आउंदा किवें हुंदा सीगा x² + y², जां तुसीं इत्थों भी कढ़ सकते हैं, जिवें तुहानूं ठीक लगदा उवें आर की वैल्यू कढ़ो। ठीक है, सो मैं इत्थों कढ़न की ट्राई करदा क्योंकि पहलां आप इस तरीके तक कर ही चुके हैं। सो नवां तरीका आप इदां करते हैं, स्क्वेयरिंग एंड एडिंग कर देंगे, स्क्वेयरिंग एंड एडिंग बोथ। ठीक है, सो इसमें जो आप स्क्वेयरिंग करांगे तो अपने को हो जाएगा r² cos² थीटा। ठीक है, फिर आप एडिंग भी करना है, इसका भी स्क्वेयर r² sin² थीटा इज इक्वल टू इधरले पासे 1 का स्क्वेयर हो गया प्लस इधरली साइड -1 का स्क्वेयर हो गया। ठीक है, दो तरीके भावें तुसीं इत्थों कढ़ो भावें इत्थों कढ़ो जिवें मर्जी। ठीक है, सो अपने को r² कॉमन निकल गया, इत्थों विच की रह गया अपने को cos² थीटा प्लस sin² थीटा। ठीक है, इत्थे अपने को आ गया 1 + 1। सो अपने को r² एस की तो वैल्यू कितनी होंगी है 1 ही होंगी है, 10th के आप आइडेंटिटी की हुई है। सो अपने को आ गया r² इज इक्वल्स टू 2। सो इत्थों अपने को r की वैल्यू कितनी आ गई, r की वैल्यू आ गई अपने को √2। क्लीयर। सो भावें आप इत्थों करके देख लीए, इत्थों भी √2 ही आनी सी, इत्थों भी अपने को √2 ही आ गई। सो आप वैल्यू पुट करते हैं, इसनूं 1 मानते हैं, इसनूं 2। सो आप वैल्यूज पुट करिए, फर्स्ट वन अपने को बन गया √2 cos थीटा इज इक्वल्स टू 1।
ठीक है। एंड सैकेंड की बन गया √2 sin थीटा इज इक्वल्स टू -1। सो इत्थों अपने को cos थीटा की वैल्यू आ गई 1/√2 एंड इत्थों अपने को sin थीटा की वैल्यू आ गई -1/√2। सो इस तो बाद आप करते हैं तीसरा स्टैप tan थीटा की वैल्यू कढ़ते हैं। सो tan थीटा की आएगा, इन्हों डिवाइड कर दें। सो tan थीटा अपने को आ जाएगा जो आप 2 ਨੂੰ 1 ਨਾਲ डिवाइड करांगे ਜਾਂ ਇਹਨਾਂ ਨੂੰ डिवाइड करांगे। सो अपने को tan थीटा आ जाएगा 1/√2 √2 ਨਾਲ √2 कटिया जाएगा। सो अपने को -1 अपने को tan थीटा की वैल्यू आ गई जी -1। सो हुण आपां देखना भी थीटा अपने को किहड़े क्वाड्रेंट विच लाई कर रहा। तुसीं ध्यान नाल देखो cos अपने को पॉजिटिव है, sin ते tan नैगेटिव है। cos किहड़े विच पॉजिटिव हुंदा, पहलां ध्यान नाल देखो cos पॉजिटिव किहड़े च हुंदा। सो cos अपने को एक तो फस्ट तो सारे पॉजिटिव होंगे इस हुंदा, बट इस विच अपने को tan ते sin नैगेटिव। सो ये तो नहीं हो सकता, इस तो सारे पॉजिटिव होंगे आ। दूसरे तो हुंदा ही नहीं cos पॉजिटिव। तीसरे भी cos पॉजिटिव नहीं हुंदा। फोर्थ विच cos पॉजिटिव हुंदा, sin नैगेटिव हुंदा, ठीक है जी। tan भी नैगेटिव हुंदा। सो आपां नूं पता लग गया है किहड़ा क्वाड्रेंट आ, फोर्थ। सो थीटा लाइज इन फोर्थ क्वाड्रेंट, ठीक है। किसी भी तरीके आप कर सकते हैं भी। हुण अपने को tan थीटा इज इक्वल्स टू -1 सी। सो अपने को थीटा इज इक्वल्स टू की आ गया tan इनवर्स 1, इत्थे आप माइनस बाहर कढ़ती, ठीक है। सो अपने को थीटा इज इक्वल्स टू की आ गया tan इनवर्स 1 की जगह पर आप tan की किहड़ी वैल्यू लिख सकते हैं, कदों हुंदा tan 45 वेले। सो इत्थे लिखता आप tan 45 नूं की लिख सकते हैं π/4 लिख सकते हैं ना। 45 नूं π/4 आ गया। सो tan नाल tan चला गया, tan इनवर्स नाल tan चला गया एंड अपने को थीटा की वैल्यू आ गई -π/4, ठीक है। सो अपने को फोर्थ क्वाड्रेंट विच सी, भावें आप इत्थे रख लईए। सो हुण अपने को मेन दे विच वैल्यूज पुट कर दईए, बस अपना आंसर आ जाऊगा जो आप पहली लैट करके चले सी। पोलर फॉर्म में कदे भी उन्होंने पूछा होवे आप सारा काम करके जो आप पहला स्टार्टिंग में पुट की मनी होंगी है उस दे विच वैल्यूज पुट करनी है, ठीक है। सो आप आंसर लिखांगे आर की जगह पर की लिखांगे, आर की वैल्यू कितनी सी आई सी अपने को √2, ठीक है। cos थीटा की जगह पर की लिखांगे -π/4 प्लस अल्टा sin -π/4। यह अपने को आंसर आ गया, ठीक है। जिहड़ा ग्रीन पैन नाल लिखा आप इत्थे लिखांगे पोलर फॉर्म इज, थोड़ी जगह घट गई अपने को, पोलर फॉर्म इज आह अपने को आंसर है। एंड ते आ काम करना आप, ठीक है। बस आर दी ते थीटा दी वैल्यूज आप स्टार्टिंग दे विच पुट करनी है, ठीक है। कदे भी पोलर फॉर्म का क्वेश्चन मिलता आपां नूं। सो अपने को नैक्सट क्वेश्चन है जिहड़ा यह क्वाड्रेटिक इक्वेशनस का क्वेश्चन है ना। तो बट अपने को इत्थे प्लस है, 10th क्लास में आप इसनूं छड्ड दिंदे सी बिकॉज ये अगे सॉल्व ही नहीं हुंदा सी। बट इस बार आप इसनूं कर लिया सीगा। किद्दां कीता सीगा, फस्ट क्वेश्चन नूं ट्राई करते हैं। x² + 3 = 0 दिता होया है ना। तो आप की करते सीगे x² की वैल्यू की आ गई अपने को इत्थों -3। सो x की वैल्यू अपने को की आ गई प्लस रूट दे विच -3। सो आप इसनूं फरदर की लिख सकते सीगे, रूट दे विच जो आपां नूं -3 मिलता सीगा तो आप इसनूं की लिख सकते सीगे अल्टा √3 अल्टा, ठीक है। बिकॉज अपने को अल्टा की वैल्यू की होंदी सीगी अल्टा इज इक्वल्स टू रूट दे विच -1, ठीक है। इस दी जगह ते आपां लिख सकते हैं ना। सो अपने को x दी वैल्यूज आ गई। जेकर आप अपना नैक्सट क्वेश्चन ट्राई करना हो 2x² + x + 1 = 0 दैन आप उही काम करांगे जो पहला करते होंदे सी। की करते सी d = की हुंदा सी b² - 4ac, ठीक है। सो अपने को d की वैल्यू कितनी आ गई, इत्थे भी आप यही काम कर सकते सी, ठीक है। सो b अपने को कितना है 1 का स्क्वेयर -4 × a कितना है 2 × c कितना है 1। सो अपने को d की वैल्यू आ गई 1 - 8 दैट इज -7। सो अपने को यह की आ गई नैगेटिव वैल्यू आ गई, जो आप कह देंगे सी <0 वैल्यू आ गई। सो इत्थे आप 10th विच तां छड्ड दिंदे सी भी कोई रूट्स एग्जिस्ट नहीं करते, जां आप कह सकते सी नो रियल रूट्स, कोई तो नहीं नो रियल रूट्स। सो अपने को किहड़े रूट्स आ दैट मीनस इमेजिनरी रूट्स। सो अपने को फॉर्मूला की हुंदा सी x = आप की लिख दिंदे सीगे -b
प्लस माइनस बी स्क्वेयर माइनस 4ac अपॉन 2a। ठीक है, यही करते होंगे सीगे। सो x इज इक्वल्स टू ਇਹ ਤਾਂ ਆਪਣੇ ਕੋਲੇ ਸਾਰਾ ਵਿੱਚ ਵਾਲਾ d ਹੈ, ਸੋ ਮਾਈਨਸ b ਦੀ ਵੈਲਿਊ ਆਪਣੇ ਕੋਲੇ ਕਿੰਨੀ ਹੈ 1 ਪਲਸ ਮਾਈਨਸ, ਸੋ ਇਸ ਨੂੰ ਤਾਂ ਆਪਾਂ d ਲਿਖ ਦਿੰਨੇ ਆ ਇੱਕ ਵਾਰ ਫੇਰ। ਸੋ ਆਪਣੇ ਕੋਲੇ 2 ਇੰਟੂ a ਦੀ ਵੈਲਿਊ ਕਿੰਨੀ ਹੈ 2, ਸੋ ਆਪਣੇ ਕੋਲੇ x ਇਜ਼ ਇਕੁਅਲਸ ਟੂ -1 ਪਲਸ ਮਾਈਨਸ d ਆਪਣੇ ਕੋਲੇ ਕਿੰਨਾ ਆਇਆ ਜੀ -7 ਅਪੋਨ 4, ਸੋ x ਇਜ਼ ਇਕੁਅਲਸ ਟੂ -1 ਪਲਸ ਮਾਈਨਸ, ਇਸ ਨੂੰ ਆਪਾਂ ਕੀ ਲਿਖ ਸਕਦੇ ਹਾਂ, ਇਸ ਨੂੰ ਆਪਾਂ ਲਿਖ ਸਕਦੇ ਹਾਂ √7 ਅਲਟਾ, ਬਿਕੋਜ਼ ਆਪਣੇ ਕੋਲ ਅਲਟਾ ਦੀ ਵੈਲਿਊ ਕਿੰਨੀ ਹੁੰਦੀ ਹੈ ਰੂਟ ਦੇ ਵਿੱਚ -1, ਸੋ ਨੀਚੇ ਆਪਣੇ ਕੋਲ 4 ਆ ਗਿਆ, ਸੋ ਹੈਂਸ ਆਪਣੇ ਕੋਲ ਇਹ ਵੀ ਰੂਟਸ ਆ ਗਏ। ਠੀਕ ਹੈ, ਇਮੈਜਨਰੀ ਰੂਟਸ ਆ ਰਹੇ ਆ, ਹੁਣ ਦੇਖੋ ਧਿਆਨ ਨਾਲ ਅਲਟਾ ਆ ਰਿਹਾ ਸਾਰਿਆਂ ਦੇ। ਸੋ ਉਮੀਦ ਆ ਕਿ ਆਪਾਂ ਨੂੰ ਸਾਰਾ ਇਹ ਚੈਪਟਰ ਸਮਝ ਆ ਗਿਆ ਹੋਣਾ। ਇੱਥੇ ਆਪਣਾ ਚੈਪਟਰ ਡਨ ਹੁੰਦਾ ਹੈ। NCERT ਦੇ ਵਿੱਚ ਥੋੜਾ ਜਿਹਾ ਘੱਟ ਦਿੱਤਾ ਹੋਇਆ, ਜੋ ਆਪਾਂ ਪਹਿਲਾਂ ਵੀਡੀਓਜ਼ ਕੀਤੀਆਂ ਉਹਨਾਂ ਨੂੰ ਚੰਗੇ ਤਰੀਕੇ ਕਰਨਾ ਆਪਾਂ ਡਿਟੇਲ ਦੇ ਵਿੱਚ ਚੈਪਟਰ ਨੂੰ ਡਿਸਕਸ ਕਰਨ ਲਈ। ਐਂਡ ਜਿਹੜਾ ਆਪਾਂ ਅੱਜ ਕੀਤਾ ਹੈ ਇਹ ਸਾਰੇ ਕੁਐਸਚਨਸ ਆਪਾਂ ਆਪ ਟਰਾਈ ਕਰਨੇ ਆ, ਇਹੀ ਹੋਮਵਰਕ ਅੱਜ ਦਾ। ਠੀਕ ਹੈ, ਜਿੰਨੇ ਵੀ ਆਪਾਂ ਕੁਐਸਚਨਸ ਕੀਤੇ ਆ ਇਹਨਾਂ ਨੂੰ ਆਪਦੀ ਆਪ ਕਰਕੇ ਦੇਖਣਾ। ਐਂਡ ਇੱਥੇ ਆਪਣਾ ਚੈਪਟਰ ਬਿਲਕੁਲ ਡਨ ਹੈ, ਸੋ ਆਪਾਂ ਨੈਕਸਟ ਚੈਪਟਰ ਦੇ ਵਿੱਚ ਮਿਲਦੇ ਹਾਂ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।